ਜਿਹਦੇ ਵਿੱਚ ਸਾਡਾ ਸਾਰਿਆਂ ਦਾ ਵਾਸਾ ਵਾ। ਉਸ ਸੰਸਾਰ ਨੂੰ ਗੁਰੂ ਸਾਹਿਬਾਂ ਨੇ ਨਾ ਇੱਦਾਂ ਇੱਕ ਬਹੁਤ ਵੱਡੇ ਸਮੁੰਦਰ ਵਰਗਾ ਦੱਸਿਆ ਵਾ ਵੀ ਇਹ ਸਾਗਰ, ਇਹ ਜਿਹੜਾ ਸੰਸਾਰ ਹੈ ਇੱਕ ਬੜਾ ਵੱਡਾ ਸਾਗਰ ਹੈ, ਮਤਲਬ ਬਹੁਤ ਵੱਡਾ ਸਮੁੰਦਰ ਹੈ ਜਿਸ ਦੇ ਵਿੱਚ ਅਸੀਂ ਰਹਿ ਰਹੇ ਹਾਂ। ਕਹਿੰਦੇ ਇਸ ਸਾਗਰ ਦੇ ਵਿੱਚ, ਇਸ ਸਮੁੰਦਰ ਦੇ ਵਿੱਚ ਜਿਹੜਾ ਪਾਣੀ ਆ ਨਾ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿੱਦਾਂ ਹੁਣ ਨਿਰਲੇਪ ਹੋਣਾ ਮਤਲਬ ਅਲਿਪਤ ਹੋਣਾ, ਬਚ ਜਾਣਾ ਮਤਲਬ ਰਹਿੰਦਿਆਂ ਹੋਇਆ ਬਚਣਾ। ਤੇ ਜਿਸ ਸਾਗਰ ਵਿੱਚ, ਜਿਸ ਸਮੁੰਦਰ ਵਿੱਚ, ਜਿਸ ਸੰਸਾਰ ਵਿੱਚ ਅਸੀਂ ਰਹਿ ਰਹੇ ਹਾਂ, ਸਤਿਗੁਰੂ ਨੇ ਇਹ ਸੰਸਾਰ ਨੂੰ ਇੱਕ ਸਮੁੰਦਰ ਦੀ ਨਿਆਈ ਮਤਲਬ ਇੱਕ ਸਾਗਰ ਵਰਗਾ ਦੱਸਿਆ। ਤੇ ਕਹਿੰਦੇ ਇਸ ਦੇ ਵਿੱਚ ਨਾ ਜਿਹੜਾ ਪਾਣੀ ਹੈ ਉਹ ਤ੍ਰਿਸ਼ਨਾ ਦਾ ਵਾ, ਜਿਹੜਾ ਇਹਦੇ ਵਿੱਚ ਚਿੱਕੜ ਹੈ ਉਹ ਮੋਹ ਦਾ ਵਾ। ਜਿਹੜੀਆਂ ਇਸ ਸਾਗਰ ਦੇ ਵਿੱਚ ਲਹਿਰਾਂ ਚੱਲ ਰਹੀਆਂ ਮਤਲਬ ਉਹ ਬੜੀਆਂ ਖਤਰਨਾਕ ਆ। ਉਹਨਾਂ ਲਹਿਰਾਂ ਦੇ ਵਿੱਚ ਹਰ ਜੀਵ, ਹਰ ਮਨੁੱਖ ਡੁੱਬ ਰਿਹਾ ਵਾ। ਉਹ ਲਹਿਰਾਂ ਕਾਹਦੀਆਂ ਵਾ? ਵਿਕਾਰਾਂ ਦੀਆਂ, ਤ੍ਰਿਸ਼ਨਾ ਦੀਆਂ, ਮਤਲਬ ਇਹਦਾ ਝੂਠ ਦੀਆਂ, ਅਪਰਾਧ ਦੀਆਂ। ਹੁਣ ਆਪਾਂ ਗੁਰਬਾਣੀ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਗੱਲ ਕਰਦੇ ਹਾਂ। ਫਿਰ ਇਹਨਾਂ ਦੀਆਂ 10 ਪ੍ਰਕਿਰਤੀਆਂ ਦੀ ਗੱਲ ਵੀ ਕੀਤੀ ਜਾਂਦੀ ਹੈ, ਜਿਹਦੇ ਵਿੱਚ ਆਸਾ, ਤ੍ਰਿਸ਼ਨਾ, ਫਿਕਰ, ਹੋਰ ਪਤਾ ਨਹੀਂ ਕਿੰਨਾ ਕੁਛ ਜਿਹੜਾ ਆ ਰਿਹਾ ਵਾ। ਕਹਿੰਦੇ ਇਹਦੀਆਂ ਲਹਿਰਾਂ ਏਦਾਂ ਚੱਲ ਰਹੀਆਂ ਵਾ। ਹਰ ਮਨੁੱਖ ਜਿਹੜਾ ਇਸੇ ਹੀ ਸੰਸਾਰ ਰੂਪੀ ਸਮੁੰਦਰ ਦੀਆਂ ਲਹਿਰਾਂ ਦੇ ਵਿੱਚ ਡੁੱਬ ਰਿਹਾ ਵਾ ਤੇ ਮਰ ਰਿਹਾ ਵਾ। ਜਿਹਨੂੰ ਆਪਾਂ ਕਈ ਵਾਰੀ ਏਦਾਂ ਸ਼ਬਦ ਪੜ੍ਹਿਆ ਗੁਰੂ ਨਾਨਕ ਸਾਹਿਬ ਜੀ ਦਾ, ਆਪਾਂ ਰੋਜ਼ ਹੀ ਪੜ੍ਹਦੇ ਏਦਾਂ। ਜਦੋਂ ਰਹਿਰਾਸ ਸਾਹਿਬ ਦਾ ਪਾਠ ਕਰਦੇ ਆ ਤੇ ਆਸਾ ਰਾਗ ਦਾ ਪਾਵਨ ਸ਼ਬਦ ਆਪਾਂ ਸਾਰੇ ਰੋਜ਼ ਪੜ੍ਹਦੇ ਆ ਵੀ ਤਿਤ ਸਰ ਵਰੜੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤੈ ਡੂਬੀ ਹਲੇ। ਕਹਿੰਦੇ ਉਹਦੇ ਵਿੱਚ ਅਸੀਂ ਸਾਰੇ ਹੀ ਮਨ ਡੁੱਬ ਰਹੇ ਹਾਂ। ਇੱਕ ਵੀ ਪੈਰ, ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਸਾਡਾ ਮਨੁੱਖ ਦਾ ਮਤਲਬ ਅੱਗੇ ਨਹੀਂ ਵੱਧ ਰਿਹਾ। ਤੇ ਉਸ ਸ਼ਬਦ ਵਿੱਚ ਰਹਾਉ ਦੀ ਪੰਕਤੀ ਆ, ਮਨ ਏਕ ਨ ਚੇਤ ਸਮੂੜ ਮਨਾ, ਇਹ ਮੇਰੇ ਮੂੜ ਮਨਾ, ਇਹ ਮੂਰਖ ਮਨਾ, ਤੂੰ ਇੱਕ ਨੂੰ ਚੇਤੇ ਨਹੀਂ ਕਰ ਰਿਹਾ। ਇਸੇ ਕਰਕੇ ਮਨ ਏਕ ਨ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਹਰੀ ਤੈਨੂੰ ਵਿਸਰਦਾ ਜਾ ਰਿਹਾ ਵਾ, ਤੇਰੀ ਜ਼ਿੰਦਗੀ ਦੇ ਵਿੱਚ ਗੁਣ ਗਲਦੇ ਜਾ ਰਹੇ ਆ, ਮਤਲਬ ਖਤਮ ਹੁੰਦੇ ਜਾ ਰਹੇ ਆ, ਤੇ ਤੂੰ ਇਸ ਸੰਸਾਰ ਰੂਪੀ ਸਾਗਰ ਦੀਆਂ ਲਹਿਰਾਂ ਦੇ ਵਿੱਚ ਏਦਾਂ ਡੁੱਬਦਾ ਜਾ ਰਿਹਾ। ਹਮ ਦੇਖਾਂ ਤੈ ਡੂਬੀ ਅਲੇ, ਸਤਿਗੁਰੂ ਕਹਿੰਦੇ ਦੇਖਿਆ ਵਾ ਹਰ ਬੰਦਾ ਹੀ ਡੁੱਬ ਰਿਹਾ ਵਾ। ਉਹਦੇ ਵਿੱਚੋਂ ਨਿਕਲਣਾ ਬੜਾ ਮੁਸ਼ਕਲ ਹੋਇਆ ਬੰਦੇ ਵਾਸਤੇ। ਪਰ ਜਿਹੜਾ ਹੁਣ ਇੱਥੇ ਸ਼ਬਦ ਵਿੱਚ ਆਇਆ ਵੀ ਗੁਰਮੁਖ ਅਲਿਪਤ ਰਹੇ ਸੰਸਾਰੀ, ਜਿਹੜਾ ਗੁਰਮੁਖ ਹੈ ਨਾ, ਮਤਲਬ ਜਿਹੜਾ ਗੁਰੂ, ਜਿਹਨੇ ਗੁਰੂ ਦੀ ਸ਼ਰਨ ਪਕੜ ਲਈ, ਜਿਹਨੇ ਗੁਰੂ ਦਾ ਆਸਰਾ ਲੈ ਲਿਆ, ਉਹ ਤੇ ਅਲਿਪਤ ਹੋ ਗਿਆ। ਮਤਲਬ ਉਹ ਵਿਕਾਰਾਂ, ਉਹਨੂੰ ਨਹੀਂ ਲਹਿਰਾਂ ਕੁਝ ਵੀ ਕਹਿੰਦੀਆਂ, ਜਿਹੜੀਆਂ ਲਹਿਰਾਂ ਚੱਲਦੀਆਂ ਨਾ, ਮਤਲਬ ਏਦਾਂ ਸਮੁੰਦਰ ਵਿੱਚ ਲਹਿਰਾਂ ਚੱਲਦੀਆਂ। ਕਈ ਵਾਰੀ ਤੇ ਲਹਿਰਾਂ ਥੋੜ੍ਹੀਆਂ ਸ਼ਾਂਤ ਚੱਲਦੀਆਂ ਤੇ ਕਈ ਵਾਰੀ ਲਹਿਰਾਂ ਬਹੁਤ ਤੇਜ਼ੀ ਨਾਲ ਆਉਂਦੀਆਂ। ਪਰ ਇੱਥੇ ਜਿਹੜੀਆਂ ਆਹ ਲਹਿਰਾਂ ਚੱਲਦੀਆਂ ਨਾ ਵਿਕਾਰਾਂ ਦੀਆਂ, ਇਹ ਵੀ ਬੜੀ ਤੇਜ਼ੀ ਨਾਲ ਚੱਲਦੀਆਂ ਨੇ। ਇਹਨਾਂ ਵਿੱਚ ਅਸੀਂ ਸਾਰੇ ਗ੍ਰਸੇ ਜਾਂਦੇ ਹਾਂ। ਪਰ ਜਿਨ ਗੁਰੂ ਦੀ ਸ਼ਰਨ ਲੈ ਲਈ, ਉਹ ਤੇ ਕਹਿੰਦੇ ਅਲਿਪਤ ਰਹੇ ਸੰਸਾਰੇ। ਗੁਰੂ ਸਾਹਿਬ ਕਹਿੰਦੇ ਉਹ ਭਾਈ ਸੰਸਾਰ ਵਿੱਚ ਰਹਿੰਦੇ, ਮਤਲਬ ਸੰਸਾਰ ਰੂਪੀ ਸਮੁੰਦਰ ਵਿੱਚ ਰਹਿੰਦਿਆਂ ਹੋਇਆਂ ਹੀ ਲਹਿਰਾਂ ਤੋਂ ਬਚ ਗਿਆ, ਤ੍ਰਿਸ਼ਨਾ ਤੋਂ ਬਚ ਗਿਆ, ਮੋਹ ਦੇ ਚਿੱਕੜ ਚੋਂ ਨਿਕਲ ਗਿਆ।
ਰਹਿੰਦਾ ਹੋਇਆ। ਤਾਂ ਹੀ ਆਪਾਂ ਹੁਣ ਜਦੋਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ ਨਾ, ਬ੍ਰਹਮ ਗਿਆਨੀ ਸਦਾ ਨਿਰਲੇਪ, ਕਹਿੰਦੇ ਬ੍ਰਹਮ ਜਿਹਨੂੰ ਬ੍ਰਹਮ ਦੀ ਪਹਿਚਾਣ ਆ ਗਈ, ਜਿਹੜਾ ਬ੍ਰਹਮ ਨਾਲ ਜੁੜ ਗਿਆ ਪਰਮਾਤਮਾ ਨਾਲ। ਵੈਸੇ ਤੇ ਏਦਾਂ ਗੁਰੂ ਅਮਰਦਾਸ ਸਾਹਿਬ ਕਹਿੰਦੇ, ਆਪਾਂ ਸ਼ਬਦ ਪੜ੍ਹਦੇ ਜਦੋਂ ਵੀ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ। ਬ੍ਰਹਮਪੁਣਾ ਬਣਦਾ ਕਿਹਦਾ ਵਾ ਪਤਾ, ਜਿਹੜਾ ਇੱਕ ਸ਼ਬਦ ਦੇ ਨਾਲ ਇਹਦਾ ਇੱਕ ਨਾਲ ਜਦੋਂ ਚਿੱਤ ਲੱਗ ਜਾਂਦਾ, ਜਦੋਂ ਇੱਕ ਨਾਲ ਜੁੜ ਜਾਂਦਾ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ। ਨਭ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੇ ਸਦਾ ਵਸਾਈ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਕਹਿੰਦੇ ਜਿੱਦਾਂ ਜਲ ਦੇ ਵਿੱਚ ਰਹਿੰਦਾ ਹੋਇਆ ਕਮਲ ਦਾ ਫੁੱਲ। ਹੁਣ ਕਮਲ ਦਾ ਫੁੱਲ ਆਮ ਸੱਪੜਾਂ ਵਿੱਚ ਦੇਖਿਆ ਜਾਂਦਾ, ਵਿੱਚ ਉੱਗਿਆ ਹੁੰਦਾ ਵਾ, ਪਰ ਉਹ ਚਿੱਕੜ ਤੋਂ, ਪਾਣੀ ਤੋਂ, ਸੱਪੜ ਦੇ ਗੰਦੇ ਪਾਣੀ ਤੋਂ ਉੱਪਰ ਹੁੰਦਾ। ਆ ਕਈ ਵਾਰੀ ਆਪਾਂ ਦੇਖਦੇ ਨਾ ਸੱਪੜਾਂ ਤੇ ਜਦੋਂ ਕਮਲ ਦੇ ਫੁੱਲ ਏਦਾਂ ਖਿੜੇ ਹੁੰਦੇ ਆ ਤੇ ਉਹ ਵੱਖਰੇ ਹੀ ਏਦਾਂ ਲੱਭਦੇ ਫਿਰ ਆਪਣੀਆਂ ਪੱਤੀਆਂ ਨੂੰ ਉਹ ਕਿੱਦਾਂ ਗੰਦੇ ਪਾਣੀ ਤੋਂ, ਗੰਦੇ ਚਿੱਕੜ ਤੋਂ ਬਚਾ ਕੇ ਰੱਖਦਾ ਹੈ ਗੰਦ ਵਿੱਚ, ਹੈ ਸੱਪੜ ਦੇ ਵਿੱਚ ਹੀ ਉੱਗਦਾ ਵਾ, ਪਰ ਉਹਦੇ ਵਿੱਚ ਨਿਰਲੇਪ ਵਾ। ਆਪਣੀਆਂ ਪੱਤੀਆਂ ਨੂੰ ਗੰਦਾ ਪਾਣੀ ਨਹੀਂ ਲੱਗਣ ਦਿੰਦਾ, ਗੰਦਾ ਚਿੱਕੜ ਨਹੀਂ ਲੱਗਣ ਦਿੰਦਾ। ਜੋ ਜਲ ਮੈਂ ਕਮਲ ਅਲਿਪਤ ਰਹੇ। ਫਿਰ ਏਦਾਂ ਕਹਿੰਦੇ ਜੀਵਨ ਬਣ ਜਾਂਦਾ ਮਨੁੱਖ ਦਾ, ਜਿਹੜਾ ਗੁਰੂ ਦੀ ਸ਼ਰਨ ਵਿੱਚ ਪੈ ਜਾਂਦਾ। ਮਤਲਬ ਜਿਹਨੇ ਏਦਾਂ ਗੁਰੂ ਦਾ ਆਸਰਾ ਲੈ ਲਿਆ, ਤੇ ਉਹ ਜਦੋਂ ਅਸੀਂ ਗੁਰੂ ਦਾ, ਤਾਂ ਹੀ ਗੁਰੂ ਅਰਜਨ ਦੇਵ ਸਾਹਿਬ ਜੀ ਵੀ ਏਦਾਂ ਜਦੋਂ ਸ਼ਬਦ ਏਦਾਂ ਉਚਾਰਨ ਕਰਦੇ ਆ, ਇਹ ਸਾਗਰ ਸੋਈ ਤਰੈ। ਕਹਿੰਦੇ ਭਾਈ ਇਹ ਸਾਗਰ ਵੀ ਉਹੀ ਤਰੂਗਾ, ਮਤਲਬ ਉਹੀ ਸੰਸਾਰ ਵਿੱਚ ਰਹਿੰਦਿਆਂ ਹੋਇਆ ਨਿਰਲੇਪ ਹੋਊਗਾ, ਬਚੂਗਾ, ਜੋ ਹਰ ਗੁਣ ਗਾਏ, ਜੋ ਹਰੀ ਦੇ ਗੁਣ ਗਾਊਗਾ। ਹਰੀ ਦੇ ਗੁਣਾਂ ਨਾਲ ਮਤਲਬ ਸਾਂਝ ਬਣਾਊਗਾ। ਜਿਹੜੇ ਦੈਵੀ ਗੁਣ ਆ ਉਹਨਾਂ ਨਾਲ ਸਾਂਝ ਬਣਾਉਣੀ, ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਥਾਂ ਦੇਊਗਾ। ਸਾਧ ਸੰਗਤ ਕੈ ਸੰਗ ਵਸੈ, ਵੱਡ ਭਾਗੀ ਪਾਏ। ਸਾਧ ਸੰਗਤ ਵਿੱਚ ਬਹਿ ਕੇ, ਮੈਨੇ ਸਾਧ ਸੰਗਤ ਕੈ ਸੰਗ ਵਸੈ, ਸਾਧ ਸੰਗਤ ਵਿੱਚ ਬਹਿ ਕੇ ਉਹ ਉੱਥੋਂ ਸਿੱਖਦਾ ਹੈ ਆਪਣੀ ਜ਼ਿੰਦਗੀ ਨੂੰ। ਸਾਧ ਸੰਗਤ ਵਿੱਚ ਆਉਣਾ ਵੀ ਅਸੀਂ ਤਾਂ ਹੀ ਆ ਕਿ ਅਸੀਂ ਸਾਰੇ ਜਾਣੇ ਤਾਂ ਆਪਣੀ ਜ਼ਿੰਦਗੀ ਬਾਰੇ ਸੋਚੀਏ, ਆਪਣੇ ਬਾਰੇ ਸਮਝੀਏ, ਆਪਣੇ ਸੋਹਣੇ ਜੀਵਨ ਦੀ ਘਾਟ ਘੜਨ ਬਾਰੇ ਸਾਨੂੰ ਸਾਧ ਸੰਗਤ ਦੇ ਵਿੱਚ ਆ ਕੇ ਸਿੱਖਿਆ ਮਿਲਦੀ ਹੈ, ਮਤਲਬ ਸਮਝ ਆਉਂਦੀ ਹੈ। ਤੇ ਜਿਹੜਾ ਮਨੁੱਖ ਉਹ ਸਿੱਖਿਆ ਨੂੰ ਫਿਰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣ ਲੱਗ ਪੈਂਦਾ, ਉਹ ਜਲ ਵਿੱਚ, ਸੰਸਾਰ ਵਿੱਚ ਰਹਿੰਦਿਆਂ ਹੋਇਆ ਏਦਾਂ ਨਿਰਲੇਪ ਹੋਣ ਲੱਗ ਪੈਂਦਾ। ਸੁਣ ਸੁਣ ਜੀਵੈ ਦਾਸ ਤੁਮ ਬਾਣੀ ਜਨ ਆਖੀ, ਪ੍ਰਗਟ ਕਈ ਸਭ ਲੋ ਮੈਂ ਸੇਵਕ ਕੀ ਰਾਖੀ। ਤੇ ਸਤਿਗੁਰੂ ਕਹਿੰਦੇ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਪੈ ਗਏ, ਗੁਰੂ ਦੀ ਸ਼ਰਨ ਵਿੱਚ ਪੈਣ ਵਾਲਾ ਮਨੁੱਖ ਜਿਹੜਾ ਵਾ ਨਾ, ਉਹ ਫਿਰ ਨਿਰਲੇਪ ਹੋ ਜਾਂਦਾ ਵਾ। ਤੇ ਅਸੀਂ, ਸਾਡੀ ਜ਼ਿੰਦਗੀ ਵੀ ਤਾਂ ਸੋਹਣੀ ਬਣਨੀ ਆ ਜੇ ਆਪਾਂ ਸਾਰੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਨਿਰਲੇਪ ਹੋਵਾਂਗੇ। ਮਤਲਬ ਵਿਕਾਰਾਂ ਵਾਲੇ ਪਾਸਿਓਂ ਨਿਰਲੇਪ ਹੋ ਜਾਣਾ, ਮੈਲੀਆਂ ਜਿਹੜੀਆਂ ਵਿਚਾਰਾਂ ਵਾਲੇ ਪਾਸਿਓਂ ਏਦਾਂ ਪਾਸਾ ਵੱਟ ਲੈਣਾ। ਗੁਰਮੁਖ ਅਲਿਪਤ ਰਹੇ ਸੰਸਾਰੇ, ਗੁਰ ਕੈ ਤਕੀਐ ਨਾਮ ਆਧਾਰੇ। ਕਿਉਂਕਿ ਇਹ ਉਦੋਂ ਤਕੀਏ ਬਣਦਾ ਆਸਰਾ। ਕਹਿੰਦੇ ਜਦੋਂ ਅਸੀਂ ਗੁਰੂ ਦਾ ਆਸਰਾ ਤੱਕ ਲਿਆ, ਮਤਲਬ ਸਹਾਰਾ ਹੀ ਗੁਰੂ ਬਣ ਗਿਆ। ਹੁਣ ਆਸਰਾ ਗੁਰੂ ਆ, ਨਾਮ ਜੀਵਨ ਦਾ ਆਧਾਰ ਬਣ ਗਿਆ, ਆਸਰਾ ਗੁਰੂ ਬਣ ਗਿਆ ਨਾ। ਹੁਣ ਜਦੋਂ ਗੁਰੂ ਆਸਰਾ ਬਣਿਆ, ਮਤਲਬ ਫਿਰ ਤੇ
ਹੁਣ ਆਸਰਾ ਗੁਰੂ ਆ, ਮਤਲਬ ਸਹਾਰਾ ਗੁਰੂ ਆ, ਨਾਲ ਗੁਰੂ ਐਡਾ ਖਲੋਤਾ ਵਾ। ਹੁਣ ਥੋੜਾ ਵਿਕਾਰਾਂ ਦੇ ਵਿੱਚ ਇੱਦਾਂ ਸਾਨੂੰ ਪੈਣ ਦਊਗਾ, ਉਹ ਤੇ ਬਚਾ ਲੈਂਦਾ ਨਾ। ਜਦੋਂ ਗੁਰੂ ਦਾ ਆਸਰਾ ਹੀ ਅਸੀਂ ਗੁਰੂ ਦਾ ਲੈ ਲਿਆ, ਜਦੋਂ ਸਾਨੂੰ ਇੰਝ ਸਮਝ ਆ ਗਈ ਕਿ ਹੁਣ ਗੁਰੂ ਮੇਰੇ ਇੱਦਾਂ ਨਾਲ ਹੀ ਆ, ਹਰ ਵੇਲੇ ਨਾਲ। ਹੁਣ ਗੁਰੂ ਫਿਰ ਵਿਕਾਰਾਂ ਵਿੱਚ ਨਹੀਂ ਪੈਣ ਦਿੰਦਾ। ਧੰਨ ਗੁਰੂ ਅਰਜਨ ਦੇਵ ਸਾਹਿਬ, ਤਾਂ ਹੀ ਆਪਾਂ ਸ਼ਬਦ ਪੜ੍ਹਦੇ ਨਾ ਗੁਰੂ ਸਾਹਿਬਾਂ ਦਾ ਕਿ ਅਗਨ ਸਾਗਰ ਗੂੜਤ ਸੰਸਾਰਾ, ਨਾਨਕ ਬਾਂਹ ਪਕੜ ਸਤਿਗੁਰ ਨਿਸਤਾਰਾ। ਕਹਿੰਦੇ ਅਗਨ ਸਾਗਰ ਗੂੜਤ ਸੰਸਾਰਾ, ਸਾਰਾ ਸੰਸਾਰ ਨਾ ਏਦਾਂ ਅੱਗ ਦੇ ਸਾਗਰ ਵਿੱਚ ਡੁੱਬ ਰਿਹਾ ਵਾ। ਪਰ ਹੇ ਨਾਨਕ, ਜਿਨ੍ਹਾਂ ਨੇ ਆਸਰਾ ਲੈ ਲਿਆ ਗੁਰੂ ਦਾ, ਸਹਾਰਾ ਗੁਰੂ ਆ, ਉਹਨਾਂ ਨੂੰ ਤੇ ਗੁਰੂ ਕਹਿੰਦੇ ਫੜ ਕੇ ਅਗਨ ਸਾਗਰ ਵਿੱਚੋਂ ਬਾਹਰ ਕੱਢ ਲੈਂਦਾ। ਉਹਨਾਂ ਨੂੰ ਤਾਂ ਡੁੱਬਦੇ ਹੋਇਆਂ ਨੂੰ ਏਦਾਂ ਬਚਾ ਲੈਂਦਾ, ਬਾਂਹ ਫੜ ਕੇ ਕੱਢ ਲੈਂਦਾ ਬਾਹਰ, ਕਿਉਂਕਿ ਉਹਨਾਂ ਨੇ ਸਹਾਰਾ ਗੁਰੂ ਲੈ ਲਿਆ। ਉਹਨਾਂ ਦਾ ਸਹਾਰਾ ਸਤਿਗੁਰੂ ਹੈ। ਗੁਰ ਕੈ ਤਕੀਐ ਨਾਮ ਆਧਾਰੇ, ਗੁਰਮੁਖ ਜੋਰ ਕਰੇ ਕਿਆ ਤਿਸਨੋ, ਆਪੇ ਖੱਪ ਦੁੱਖ ਭਾਵਣਿਆ। ਗੁਰੂ ਦੀ ਸ਼ਰਨ ਵਿੱਚ ਪੈਣ ਵਾਲੇ ਮਨੁੱਖ ਤੇ ਕਹਿੰਦੇ ਕੋਈ ਜ਼ੋਰ, ਕੋਈ ਚੀਜ਼ ਜ਼ੋਰ ਨਹੀਂ ਪਾ ਸਕਦੀ। ਜਿਹੜੇ ਵਿਕਾਰ ਆ ਨਾ, ਜਿੱਦਾਂ ਸਾਡੇ ਤੇ ਜ਼ੋਰ ਪਾ ਦਿੰਦੇ ਨਾ, ਸਾਡੇ ਤੇ ਉਹਨਾਂ ਦਾ ਜ਼ੋਰ ਚੱਲਦਾ ਵਾ। ਵਿਕਾਰਾਂ ਦਾ ਸਾਡੇ ਤੇ ਜ਼ੋਰ ਆ, ਕਿਉਂਕਿ ਅਸੀਂ ਉਹਨਾਂ ਦੇ ਅਧੀਨ ਆ। ਉਹ ਸਾਡੇ ਤੇ ਪੂਰਾ ਜ਼ੋਰ ਪਾ ਦਿੰਦੇ ਆ, ਸਾਨੂੰ ਜ਼ੋਰ ਦੇ ਨਾਲ ਹੀ ਜਿੱਧਰ ਚਾਹੁਣ ਲੈ ਜਾਂਦੇ ਆ। ਤੇ ਉਹਨਾਂ ਤੋਂ ਬਚਣਾ ਜਿਹੜਾ ਵਾ ਔਖਾ ਵਾ ਨਾ। ਹੁਣ ਕੋਈ ਕਹੇ ਕਿ ਮੈਂ ਵਿਕਾਰ ਦਾ ਜ਼ੋਰ ਨਹੀਂ ਪੈਣ ਦੇਣਾ, ਪਰ ਇਹ ਦੇਖਿਓ ਪਾ ਦਿੰਦੇ ਜ਼ੋਰ ਜਿਹੜੇ ਅੰਦਰ ਆ ਨਾ, ਜਿਨ੍ਹਾਂ ਨੂੰ ਗੁਰਬਾਣੀ ਵਿੱਚ ਇਸ ਦੇਹ ਹੀ ਅੰਦਰ ਜਿਹੜੇ ਪੰਜ ਚੋਰ ਵਸੇ, ਤੇ ਉਹਨਾਂ ਦੀ ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਅੰਮ੍ਰਿਤ ਲੂਟੇ ਮਨਮੁਖ, ਬੂਝੇ ਕੋਈ ਨਾ ਸੁਣੇ ਪੁਕਾਰਾ। ਮਨਮੁਖ ਨਹੀਂ ਬੂਝੇ ਕੋਈ ਨਾ ਸੁਣੇ ਪੁਕਾਰਾ। ਅੰਧਾ ਜਗਤ ਅੰਧ ਵਰਤਾਰਾ, ਬਾਝ ਗੁਰੂ ਗਵਾਰਾ। ਇਹ ਕਹਿੰਦੇ ਜ਼ੋਰ ਪਾਉਂਦੇ ਆ ਬੜਾ, ਔਰ ਇਹਨਾਂ ਦੇ ਅਧੀਨ ਹੀ ਆ ਅਸੀਂ। ਇਹ ਜ਼ੋਰ ਧੱਕੇ ਨਾਲ ਹੀ ਸਾਨੂੰ ਲੈ ਜਾਂਦੇ ਆ, ਇਹ ਸਾਨੂੰ ਜ਼ੋਰ ਦੇ ਨਾਲ ਹੀ ਦੁਖੀ ਕਰ ਦਿੰਦੇ ਆ। ਪਰ ਗੁਰੂ ਦੀ ਸ਼ਰਨ ਵਿੱਚ ਪੈਣ ਵਾਲੇ ਮਨੁੱਖ ਤੇ ਸਤਿਗੁਰੂ ਕਹਿੰਦੇ ਜ਼ੋਰ ਨਹੀਂ ਪਾ ਸਕਦੇ। ਆਮ ਇਨਸਾਨ ਵੀ ਉਹਦੇ ਤੇ ਜ਼ੋਰ ਨਹੀਂ ਪਾ ਸਕਦਾ। ਗੁਰਮੁਖ ਜੋਰ ਕਰੇ ਕਿਆ ਤਿਸਨੂੰ, ਜੇ ਕੋਈ ਜ਼ੋਰ ਪਾਉਣ ਦੀ ਕੋਸ਼ਿਸ਼ ਕਰੇਗਾ ਵੀ, ਕਹਿੰਦੇ ਆਪੇ ਖੱਪ ਦੁੱਖ ਪਾਵਣਿਆ। ਆਪੇ ਖਪੂਗਾ, ਦੁਖੀ ਹੋਵੇਗਾ, ਕਿਉਂਕਿ ਗੁਰਮੁਖ ਤੇ ਕੋਈ ਜ਼ੋਰ ਨਹੀਂ ਪਾ ਸਕਦਾ। ਕਿਸੇ ਦਾ ਜ਼ੋਰ ਚੱਲਣਾ ਹੀ ਨਹੀਂ ਉਹਦੇ ਤੇ ਕਿਸੇ ਦਾ ਜ਼ੋਰ ਨਹੀਂ ਗਾ ਚੱਲਦਾ। ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਨਾ, ਮਤਲਬ ਉਹਦੇ ਤੇ ਨਹੀਂ ਜ਼ੋਰ ਪਾ ਸਕਦਾ ਕੋਈ, ਕਿਉਂਕਿ ਉਹਨੂੰ ਸਹਾਰਾ ਏਦਾਂ ਗੁਰੂ ਦਾ ਬਣ ਜਾਂਦਾ ਨਾ। ਉਹਨੂੰ ਪਤਾ ਵੀ ਗੁਰੂ ਮੇਰੇ ਨਾਲ ਆ ਬਸ। ਉਹ ਹਰ ਵੇਲੇ ਗੁਰੂ ਦਾ ਆਸਰਾ ਤੱਕ ਕੇ ਜੀਵਨ ਨੂੰ ਸੋਹਣਾ ਬਣਾਉਂਦਾ ਵਾ। ਉਹਦੇ ਤੇ ਜ਼ੋਰ ਕੋਈ ਨਹੀਂ ਪਾ ਸਕਦਾ, ਕੋਈ ਵਿਕਾਰ ਨਹੀਂ ਜ਼ੋਰ ਪਾ ਸਕਦਾ, ਕੋਈ ਬੰਦਾ ਵੀ ਜ਼ੋਰ ਨਹੀਂ ਪਾ ਸਕਦਾ, ਕੋਈ ਬਾਬਾ ਵੀ, ਜੋ ਮਰਜ਼ੀ ਹੋਵੇ ਨਾ, ਉਹਨੂੰ ਸਮਝ ਆ ਜਾਂਦੀ ਆ। ਉਹਨੂੰ ਗੁਰੂ ਦੇ ਵੱਲੋਂ ਨਾ ਇੱਕ ਅਕਲ ਮਿਲ ਜਾਂਦੀ ਆ, ਗੁਰੂ ਵੱਲੋਂ ਇੱਕ ਸਿਆਣਪ ਆ ਜਾਂਦੀ ਜ਼ਿੰਦਗੀ ਦੇ ਵਿੱਚ। ਉਹਦੇ ਤੇ ਨਹੀਂ ਕੋਈ ਏਦਾਂ। ਗੁਰਮੁਖ ਜੋਰ ਕਰੇ ਕਿਆ ਤਿਸਨੂੰ, ਆਪੇ ਖੱਪ ਦੁੱਖ, ਕਹਿੰਦੇ ਆਪੇ ਖਪੂਗਾ ਤੇ ਦੁਖੀ ਹੋਊਗਾ, ਜ਼ੋਰ ਨਹੀਂ ਪਾ ਸਕਦਾ। ਉਹ ਕਈ ਵਾਰੀ ਆਪਾਂ ਹੁਣ ਜਿੱਦਾਂ ਏਦਾਂ ਆਪਾਂ ਹੁਣ ਕਈ ਵਾਰੀ ਜਿੱਦਾਂ ਏਦਾਂ ਦੇ ਸ਼ਬਦ ਆ ਜਾਂਦੇ ਆ ਸਾਡੇ ਵਿੱਚ ਨਾ, ਸਾਡੇ ਇਤਿਹਾਸ ਵਿੱਚ ਏਦਾਂ ਗੁਰੂ ਦੇ ਸਿੱਖਾਂ ਨੇ ਏਦਾਂ ਕਮਾਈ ਕਰਕੇ ਦੱਸੀ ਵੀ ਆਏ। ਆਪਾਂ ਕਈ ਵਾਰੀ ਭਾਈ ਤਿਲਕੇ ਜੀ ਦੀ ਬੜੀ ਵਾਰੀ ਸਾਖੀ ਪੜ੍ਹਦੇ ਨਾ, ਵੀ ਜਿਹੜਾ ਭਾਈ ਤਿਲਕਾ ਜੀ ਏਦਾਂ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵੇਲੇ ਗੁਰੂ ਸਾਹਿਬਾਂ ਦੇ ਸਿੱਖ ਬਣੇ ਭਾਈ ਤਿਲਕਾ ਜੀ। ਕਈਆਂ ਸਾਖੀਆਂ ਵਿੱਚ ਜਿੱਦਾਂ ਭਾਈ ਤਲੋਕਾ ਜੀ ਨੇ ਏਦਾਂ ਦੱਸਿਆ ਜਾਂਦਾ, ਪਰ ਭਾਈ ਤਿਲਕਾ ਜੀ ਦੀ ਗੱਲ ਆਉਂਦੀ ਹੈ। ਤੇ ਭਾਈ ਤਿਲਕਾ ਜੀ ਕਹਿੰਦੇ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵੇਲੇ ਏਦਾਂ, ਵੈਸੇ ਇੱਕ ਏਦਾਂ ਵੀ ਹੁੰਦਾ ਵੀ ਭਾਈ ਤਿਲਕਾ ਜੀ ਤੋਂ ਹੀ ਸੋਹਣਾ ਜੀਵਨ, ਕਹਿੰਦੇ ਨਾ ਭਾਈ ਤੀਰਥਾ ਜੀ,
ਬਾਬਾ ਮੰਝ ਸਾਹਿਬ। ਉਹਨਾਂ ਨੇ ਵੀ ਕਹਿੰਦੇ ਭਾਈ ਤਿਲਕਾ ਜੀ ਦਾ ਜੀਵਨ ਦੇਖਿਆ ਸੀ ਨਾ ਉੱਚਾ ਸੁੱਚਾ, ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਨਾਲ ਉਹ ਵੀ ਜੁੜੇ ਸੀ ਜਾ ਕੇ। ਕਿਉਂਕਿ ਆਪਾਂ ਉਹ ਇਤਿਹਾਸ ਵਿੱਚ ਜਦੋਂ ਇੱਦਾਂ ਪੜ੍ਹਦੇ ਆ ਨਾ, ਉਦੋਂ ਭਾਈ ਬਾਬਾ ਮੰਝ ਸਾਹਿਬ ਦੀ ਗੱਲ ਵੀ ਜਾਂਦਾ। ਤੇ ਕਿਉਂਕਿ ਬਾਬਾ ਮਾਨ ਸਾਹਿਬ ਜੀ ਦਾ ਪਹਿਲਾ ਪਿੰਡ ਤੇ ਕੰਗਮਈ ਇੱਦਾਂ ਦੱਸਿਆ ਜਾਂਦਾ ਨਾ, ਕਿ ਕੰਗਮਈ ਪਿੰਡ, ਤੇ ਉਹਨਾਂ ਦਾ ਨਾਂ ਜਿਹੜਾ ਅਸਲ ਵਿੱਚ ਤੀਰਥਾ ਵਾ, ਤੀਰਥਾ ਸੀਗਾ ਉਹ। ਮੰਝ ਤੇ ਉਹਨਾਂ ਦੀ ਕਹਿੰਦੇ ਕੁੱਲ ਹੀ ਉਹ ਇੱਦਾਂ ਨਾ, ਤੇ ਉਹ ਮੰਝ ਉਹਨਾਂ ਦੀ ਕੁੱਲ ਤੋਂ ਇਹਦਾ ਨਾਂ ਪੈ ਗਿਆ ਮੰਝ, ਬਾਬਾ ਮਾਨ ਸਾਹਿਬ। ਤੇ ਇਹ ਸਾਖੀ ਵਿੱਚ ਇੱਦਾਂ ਹੁੰਦਾ ਵਾ ਵੀ ਭਾਈ ਤਿਲਕਾ ਜੀ ਦਾ ਜੀਵਨ ਦੇਖ ਕੇ ਨਾ ਬਾਬਾ ਮੰਝ ਸਾਹਿਬ ਦਾ ਪੈਦਾ, ਭਾਈ ਤੀਰਥਾ ਜੀ ਦਾ ਜੀਵਨ, ਕਿਉਂਕਿ ਭਾਈ ਤੀਰਥਾ ਦਾ ਜਿਹੜਾ ਬਾਬਾ ਮੰਝ ਦਾ ਜਿਹੜਾ ਪਹਿਲਾ ਜੀਵਨ ਆ, ਉਹ ਤੇ ਸਖੀ ਸਰਵਣੀਆਂ ਨੂੰ ਇੱਦਾਂ ਮੰਨਦੇ ਸੀ। ਉਹ ਤੇ ਪੀਰਖਾਨੇ ਇੱਦਾਂ ਵੀ ਘਰ ਵਿੱਚ ਇੱਡਾ ਵੱਡਾ ਪੀਰ, ਵੀ ਪਿੰਡ ਦੇ ਇੱਦਾਂ ਚੌਧਰੀ ਵੀ ਦੱਸੇ ਜਾਂਦੇ ਆ। ਭਾਈ ਤੀਰਥਾ ਕਹਿੰਦੇ ਪਿੰਡ ਦੇ ਚੌਧਰੀ ਆ ਇੱਦਾਂ। ਇਹ ਜਿਹੜੇ ਸਾਰੇ ਪੀਰਖਾਨੇ ਜਿੱਦਾਂ ਵੀ ਇੱਕ ਸਾਰੇ ਸੇਖ ਸਰਵਰੀਏ ਸ਼ੁਰੂ ਉਹਨਾਂ ਦੇ ਬਣਾਏ ਹੋਏ ਆ। ਤੇ ਇਹਨਾਂ ਦਾ ਜਦੋਂ ਆਪਾਂ ਪੜ੍ਹਦੇ ਵੀ ਜਦੋਂ ਮੁਲਤਾਨ ਤੋਂ ਚੱਲ ਕੇ ਜਦੋਂ ਸਿਆਲਕੋਟ ਵਿੱਚ ਇਹਨਾਂ ਦੇ ਵੱਡੇ ਵਡੇਰੇ ਜਿੱਦਾਂ ਸੈਯਦ ਅਹਿਮਦ, ਇਹਨਾਂ ਦਾ ਜਿਹੜਾ ਸ਼ੁਰੂਆਤ ਜਿਹਨੇ ਕਰਵਾਇਆ ਹੈ, ਉਹਨਾਂ ਦੇ ਬੜੇ ਇੱਦਾਂ ਪੰਜਾਬ ਵਿੱਚ ਵੀ ਪੀਰਖਾਨੇ ਬੜੇ, ਜਿੱਦਾਂ ਨਿਗਾਹੇ ਦਾ ਜਿਹੜਾ ਆਮ ਖਾਸ ਕਰਕੇ ਮੰਨਿਆ ਜਾਂਦਾ ਨਾ ਮੇਨ ਸੈਂਟਰ, ਤੇ ਉਹ ਇੱਦਾਂ ਪੜ੍ਹਦੇ ਆਪਾਂ ਸਾਰੇ ਵੀ ਜੋ ਬਾਬਾ ਮਾਨ ਸਾਹਿਬ ਵੀ ਭਾਈ ਤੀਰਥਾ ਵੀ, ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਕਹਿੰਦੇ ਇੱਦਾਂ ਵੱਡਾ ਪੀਰਖਾਨਾ ਸੀਗਾ। ਤੇ ਵੀਰਵਾਰ ਵਾਲੇ ਦਿਨ ਇੱਦਾਂ ਧਰਤੀ ਤਪਾ ਕੇ ਇੱਦਾਂ 1.25 ਮਣ ਦਾ ਵੱਡਾ ਰੋਟ ਬਣਾਉਣਾ ਇੱਦਾਂ, ਫਿਰ ਅਰਦਾਸਾਂ ਵੀ ਇੱਦਾਂ ਕਰਨੇ, ਫਿਰ ਉਹ ਰੋਟ ਆਪ ਲੈਣਾ, ਬਾਕੀ ਜਿਹੜੇ ਪੈਰੋਕਾਰ ਆਏ ਉਹਨਾਂ ਵਿੱਚ ਵੰਡਣਾ। ਉਹ ਜਦੋਂ ਆਪਾਂ ਇੱਦਾਂ ਇਤਿਹਾਸ ਉਹ ਪੜ੍ਹਦੇ ਹਾਂ ਵੀ ਹੁਣ ਕਹਿੰਦੇ ਬਾਬਾ ਮਾਨ ਸਾਹਿਬ ਜਿੱਦਾਂ ਭਾਈ ਤੀਰਥਾ, ਉਹਦੇ ਵੀ ਉਹ ਕਿੱਡਾ ਪਿੰਡ ਦਾ ਇੱਕ ਚੌਧਰੀ ਆ, ਤੇ ਬੜਾ ਸਰਮਾਏਦਾਰ ਬੰਦਾ, ਤੇ ਲੋਕ ਬੜਾ ਸਤਿਕਾਰ ਕਰਦੇ ਸੀ ਉਹਨਾਂ ਦਾ। 500 ਬੰਦਾ ਇੱਦਾਂ ਦੱਸਿਆ ਜਾਂਦਾ, ਕਹਿੰਦੇ 500 ਬੰਦਾ ਹਰ ਵੇਲੇ ਬਾਬਾ ਮਾਨ ਸਾਹਿਬ ਦੇ ਨਾਲ ਰਹਿੰਦੇ ਸੀ, ਤੀਰਥ ਭਾਈ ਤੀਰਥੇ ਦੇ ਨਾਲ। ਤੇ ਜਦੋਂ ਇੱਦਾਂ ਕਰਕੇ ਫਿਰ ਉਹ ਇੱਦਾਂ ਨਗਾਹੇ ਦੀ ਯਾਤਰਾ ਕਰਨੀ, ਮਤਲਬ ਪਿੰਡ ਦੇ ਲਾਗੇ ਇਲਾਕੇ ਦੇ ਲੋਕਾਂ ਨੂੰ ਲੈ ਕੇ ਫਿਰ ਨਗਾਹੇ ਪਹੁੰਚਣਾ, ਉੱਥੇ ਜਾ ਕੇ ਫਿਰ ਇੱਦਾਂ ਨੱਚਣਾ ਟੱਪਣਾ, ਇੱਦਾਂ ਪੀਰ ਨੂੰ ਮਨਾਉਣਾ ਇੱਦਾਂ। ਤੇ ਭਾਈ ਤਿਲਕਾ ਜੀ ਦਾ ਜੀਵਨ ਦੇਖ ਕੇ ਕਹਿੰਦੇ ਬਾਬਾ ਮਾਨ ਸਾਹਿਬ ਨੇ ਜਦੋਂ ਜੀਵਨ ਦੇਖਿਆ ਸੀ ਨਾ ਕੰਗਮਈ, ਕਿਉਂਕਿ ਹੁਣ ਭਾਈ ਮੰਝ ਜਿਹੜੇ ਬਾਬਾ ਭਾਈ ਤਿਲਕਾ ਜੀ ਆ, ਇਹ ਕਹਿੰਦੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵੇਲੇ ਗੁਰੂ ਦੇ ਸਿੱਖ ਬਣੇ, ਤੇ ਇਹਨਾਂ ਨੂੰ ਗੁਰੂ ਸਾਹਿਬਾਨ ਦਾ ਪ੍ਰਚਾਰਕ ਥਾਪਿਆ ਹੋਇਆ ਸੀਗਾ, ਕਿਉਂਕਿ ਬਹੁਤ ਸੋਹਣਾ ਜੀਵਨ ਇੱਦਾਂ ਉੱਭੜ ਕੇ ਸਾਹਮਣੇ ਆਇਆ। ਇਹ ਪ੍ਰਚਾਰਕ ਬਣੇ ਅਸਲ ਵਿੱਚ। ਤੇ ਇੱਧਰ ਗੜ੍ਹ ਸੰਗਰ ਵਾਲੇ ਪਾਸੇ ਭਾਈ ਤਿਲਕਾ ਜੀ ਨੂੰ ਇੱਦਾਂ ਪ੍ਰਚਾਰਕ ਥਾਪ ਦਿੱਤਾ ਸੀਗਾ। ਤੇ ਉਹ ਦੱਸਿਆ ਜਾਂਦਾ ਕਿ ਉਸ ਇਲਾਕੇ ਦੇ ਵਿੱਚ ਭਾਈ ਤਿਲਕਾ ਜੀ ਦਾ ਪ੍ਰਚਾਰ ਕਰਦੇ ਸੱਚ ਦਾ ਇੱਦਾਂ। ਪਰ ਉਸ ਇਲਾਕੇ ਦੇ ਵਿੱਚ ਇੱਦਾਂ ਸਾਖੀ ਆਉਂਦੀ ਆ ਵੀ ਇੱਕ ਜੋਗੀ ਦਾ ਬੜੀ ਭਰਮਾਰ ਸੀਗੀ, ਵੀ ਲੋਕ ਮੰਨਦੇ ਸੀ ਉਹਨੂੰ, ਬੜਾ ਨਾਂ ਸੀ ਉਹਦਾ। ਇਲਾਕੇ ਦੇ ਲੋਕ ਇੱਦਾਂ ਦੂਰੋਂ ਚੱਲ ਕੇ ਉਸ ਜੋਗੀ ਦੇ ਇੱਦਾਂ ਡੇਰੇ ਦੇ ਵਿੱਚ ਲੋਕ ਆਉਂਦੇ ਸੀ, ਇੱਦਾਂ ਆ ਕੇ ਅਰਦਾਸਾਂ ਕਰਦੇ, ਕੋਈ ਬੱਚਿਆਂ ਵਾਸਤੇ ਕਰਦਾ, ਕੋਈ ਤੰਦਰੁਸਤੀ ਵਾਸਤੇ, ਜਿੱਦਾਂ ਆਮ ਕੀਤੀਆਂ ਜਾਂਦੀਆਂ ਮਤਲਬ। ਤੇ ਉਹ ਜੋਗੀ ਦੇ ਡੇਰੇ ਆ ਕੇ ਲੋਕ ਜੋਗੀ ਤੋਂ ਇੱਦਾਂ ਡਰਦੇ ਵੀ ਸੀ ਵੀ ਇਹ ਬੜਾ ਤਪੀ ਆ, ਵੀ ਇਹ ਬੜਾ ਤਪ, ਇਹਨੇ ਬੜਾ ਵੱਡਾ ਤਪ ਕੀਤਾ ਵਾ, ਇੱਦਾਂ ਇਹ ਜੋ ਕਰਦੇ ਰੱਬ ਮੰਨ ਲੈਂਦਾ ਇਹਦੀਆਂ ਗੱਲਾਂ। ਤੇ ਉਹ ਇੱਦਾਂ ਉਹ ਆਉਂਦਾ ਵੀ ਜਦੋਂ ਭਾਈ ਤਿਲਕਾ ਜੀ ਚੱਲ ਗਏ ਇੱਧਰ ਦੇ ਇਲਾਕੇ ਵਿੱਚ ਗੜ੍ਹ ਸੰਗਰ ਵਿੱਚ, ਤੇ ਜਦੋਂ ਭਾਈ ਤਿਲਕਾ ਜੀ ਦਾ ਪ੍ਰਚਾਰ ਕਰਦੇ, ਲੋਕਾਂ ਦੇ ਵਿੱਚ ਇੱਦਾਂ ਸਮਝ ਆਉਣ ਲੱਗ ਪਈ, ਪਤਾ ਲੱਗਣ ਲੱਗ ਪਿਆ, ਲੋਕਾਂ ਨੂੰ ਗਿਆਨ ਆਉਣ ਲੱਗ ਪਿਆ ਇੱਦਾਂ। ਤੇ ਉਹ ਉਹਦੇ ਵਿੱਚ ਆਉਂਦਾ ਵਾ ਵੀ ਉਹਦਾ ਜਿਹੜਾ ਨਾ ਥੋੜਾ ਜੋਗੀ ਦੀ ਜਿਹੜੀ ਇਮੇਜ ਜਿਹੜੀ ਆ ਘਟਣ ਲੱਗ ਪਈ, ਲੋਕ ਘੱਟ ਹੋ ਗਏ ਉੱਧਰੋਂ। ਤੇ ਹੁਣ ਜਿਹੜੇ ਡੇਰੇ ਡੋਰੇ ਹੁੰਦੇ ਆ ਉਹਨਾਂ ਨੂੰ ਸਮਝ ਆਉਣ ਲੱਗ ਪੈਂਦੇ ਆ ਕਿ ਇੱਦਾਂ ਵੀ ਬੰਦੇ ਘਟਣ ਲੱਗ ਪਿਆ, ਕੋਈ ਗੱਲ ਹੈਗੀ ਆ। ਉਹਨੇ ਆਪਣੇ ਪੁੱਛਿਆ ਆਪਣੇ ਸੇਵਕਾਂ ਸੋਵਕਾਂ ਨੂੰ ਵੀ ਅੱਜ ਸੰਗਤ ਘੱਟ ਕਿਉਂ ਆਈ, ਮਤਲਬ ਵੀ ਜਿੱਦਾਂ ਹਰ ਵੀਰਵਾਰ ਨੂੰ ਜਾਂ ਬਣਾਏ ਹੁੰਦੇ ਉਹਨਾਂ ਨੇ ਦੇਣੇ ਦਾ ਵੀ ਬੜਾ ਇੱਦਾਂ ਲੋਕ ਵੀ ਚੜਾਵੇ ਤੋਂ ਪਤਾ ਲੱਗ ਜਾਂਦਾ ਨਾ। ਤੇ ਉਹਨਾਂ ਨੇ ਦੱਸਿਆ ਵੀ ਇੱਥੇ ਨਾ ਕਿ ਗੁਰੂ ਦਾ ਸਿੱਖ ਆਇਆ ਵਾ, ਤੇ ਉਹ ਵੀ ਬੜਾ ਪ੍ਰਚਾਰ ਕਰਦਾ ਇੱਦਾਂ, ਤੇ ਲੋਕ ਉਹਦੇ ਨਾਲ ਵੀ ਬੜੇ ਜੁੜੇ ਪਏ ਆ। ਇੱਦਾਂ ਸਹਿਜ ਜੋ 5-7 ਮਹੀਨੇ ਜਾ ਕੇ ਪ੍ਰਚਾਰ ਕੀਤਾ। ਉਹ ਦੱਸਿਆ ਜਾਂਦਾ ਵੀ ਭਾਈ ਤਿਲਕਾ ਜੀ ਦੇ ਪ੍ਰਚਾਰ ਤੋਂ ਮਤਲਬ ਹੁਣ ਗੁਰੂ ਦਾ ਸਿੱਖ ਆ, ਗੁਰੂ ਕੋਲੋਂ ਸਿੱਖਿਆ ਲਈ ਆ, ਲੋਕਾਂ ਨੂੰ ਸਮਝਾਉਂਦੇ ਆ, ਤੇ ਉਹਦੀ ਇਮੇਜ ਜਿਹੜੀ ਆ ਕਹਿੰਦੇ ਬੜੀ ਘਟ ਗਈ। ਇੱਦਾਂ ਜੋਗੀ ਨੂੰ ਇੱਦਾਂ ਫਿਕਰ ਜਿਹਾ ਪੈ ਗਿਆ ਵੀ ਜੇ ਇੱਦਾਂ ਹੀ
ਪ੍ਰਚਾਰ ਹੁੰਦਾ ਰਿਹਾ ਤੇ ਮੇਰਾ ਤੇ ਇਦਾਂ ਡੇਰਾ ਹੀ ਸਾਰਾ ਬੰਦ ਹੋ ਜਾਣਾ। ਤੇ ਉਹ ਕਹਿੰਦਾ ਵੀ ਕੋਈ ਨਹੀਂ, ਆਪਾਂ ਲੋਕਾਂ ਨੂੰ ਜੋੜਨ ਵਾਸਤੇ ਨਾ ਕੋਈ ਨਵਾਂ ਨੁਕਤਾ ਲੱਭਦੇ ਆ। ਨਵੇਂ ਨਵੇਂ ਨੁਕਤੇ ਹੁੰਦੇ ਨਾ ਕਈ ਵਾਰੀ ਨੁਕਤੇ ਪੁਰਾਣੇ ਹੋ ਜਾਂਦੇ ਤੇ ਫਿਰ ਨਵੇਂ ਅਪਡੇਟ ਕਰ ਲੈਂਦੇ, ਹੋਰ ਆ ਜਾਂਦੇ, ਉਹਨਾਂ ਨੂੰ ਪਤਾ ਉਹਨਾਂ ਨੂੰ ਸਾਰਾ। ਉਹਨੇ ਇੱਕ ਨਵਾਂ ਇੱਦਾਂ ਵੀ ਆਪਣੇ ਸੇਵਕਾਂ ਨੂੰ ਇੱਦਾਂ ਰਾਤ ਨੂੰ ਬਿਠਾਇਆ, ਉਹਨਾਂ ਨਾਲ ਗੱਲਬਾਤ ਕੀਤੀ ਇੱਦਾਂ, ਕਿਉਂਕਿ ਏਜੰਟ ਹੁੰਦੇ ਨਾ। ਅੱਜ ਵੀ ਕਿਹੜਾ ਸਮਝ ਸਾਨੂੰ ਆਈ ਆ, ਬਹੁਤ ਏਜੰਟ ਸਾਡੇ ਪਿੰਡਾਂ 'ਚ ਵੀ ਇੱਦਾਂ ਹੀ ਆ, ਜਿਹੜੇ ਬਾਬਿਆਂ ਬੂਬਿਆਂ ਦੀ ਇੱਦਾਂ ਪ੍ਰਚਾਰ ਕਰਦੇ ਨੇ ਵੀ ਸਾਡੇ ਡੇਰੇ ਚਲੋ ਬਾਬਾ ਜੀ ਬੜੀ ਸ਼ਕਤੀ ਵਾਲੇ ਆ, ਵੀ ਹਰ ਬੰਦਾ ਤੇ ਦੁਖੀ ਆ ਨਾ, ਆਪਾਂ ਸਾਰੇ ਤੇ ਦੁਖੀ ਆ। ਨਾਨਕ ਦੁਖੀਆ ਸਭ ਸੰਸਾਰ ਹੈ ਨਾ, ਬਾਲੀ ਰੋਵੇ ਨਾਏ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਉਹਨਾਂ ਨੂੰ ਸਾਡੀ ਨਬਜ ਦਾ ਪਤਾ ਵਾ ਨਾ, ਉਹਨਾਂ ਨੂੰ ਪਤਾ ਵੀ ਹਰ ਬੰਦਾ ਕਿਹੜਾ ਬੰਦਾ ਜਿਹੜਾ ਦੁਖੀ ਨਹੀਂ ਹੈਗਾ। ਵੱਖਰੀ ਗੱਲ ਆ ਬੰਦਾ ਆਪਣਾ ਦੁੱਖ ਲੁਕੋਲੇ ਤੇ ਵੱਖਰੀ ਗੱਲ ਆ, ਨਾਲੇ ਸਾਡੀ ਫਿਦਰਤ ਪਤਾ ਕੀ ਆ, ਸਾਡੇ ਪੰਜਾਬੀਆਂ ਦੀ ਉੱਦਾਂ ਵੀ ਤਾਂ ਆਪਾਂ ਦੇਖੀਏ ਤੇ ਵੀ ਜੇ ਤੇ ਕੋਈ ਸਾਡੇ ਕੋਲ ਏਦਾਂ 10 ਬੰਦੇ ਖਲੋਤੇ, ਜੇ ਕੋਈ ਰੋਗੀ ਆ ਜੇ ਨਾ ਏਦਾਂ ਕਿ ਆਪਣਾ ਰੋਗ ਦੱਸੇ ਵੀ ਯਾਰ ਮੈਨੂੰ ਨਾ ਭਾਈ ਆਹ ਰੋਗ ਆ ਤੇ ਇਹਦਾ ਕੋਈ ਹੱਲ ਹੈਗਾ, ਮਤਲਬ ਉਹ ਤਾਂ ਆਪਾਂ ਦੇਖਦੇ ਦਸੇ ਡਾਕਟਰ ਬਣ ਜਾਂਦੇ ਉਸ ਲਈ। ਕੋਈ ਕਹੂਗਾ ਏਦਾਂ ਕਰ, ਕੋਈ ਕਹੂਗਾ ਆ ਇੱਥੇ ਜਾ, ਕੋਈ ਕਹੂਗਾ ਆਹ ਨੁਕਸਾ, ਕੋਈ ਕਹੂਗਾ ਆਹ, ਕਿਉਂਕਿ ਸਾਡਾ ਇੱਦਾਂ ਦਾ ਸੁਭਾਅ ਆ ਵੀ ਜੇ ਤੇ ਮਿਲ ਗਿਆ ਕੋਈ ਰੋਗੀ ਫਿਰ ਸਾਰੇ ਡਾਕਟਰ, ਤੇ ਜੇ ਡਾਕਟਰ ਆ ਗਿਆ ਘਰ ਫਿਰ ਸਾਰੇ ਰੋਗੀ। ਫਿਰ ਅਸੀਂ ਸਾਰੇ ਆਪਣਾ ਆਪਣਾ ਰੋਗ ਦੱਸਦੇ, ਡਾਕਟਰ ਸਾਹਿਬ ਮੇਰਾ ਵੀ BP ਵੱਧਦਾ, ਉਹ ਕਹਿੰਦੇ ਮੇਰਾ ਘਟ ਜਾਂਦਾ ਇੱਦਾਂ, ਉਹ ਕੋਈ ਕਹਿੰਦਾ ਮੇਰੇ ਕੋਲ ਸ਼ੂਗਰ ਵੱਧਦੀ ਆ, ਕੋਈ ਇੱਦਾਂ। ਫਿਰ ਜੇ ਆ ਗਿਆ ਮਤਲਬ ਵੈਦ, ਫਿਰ ਸਾਰੇ ਰੋਗੀ, ਫਿਰ ਸਾਰੇ ਆਪਣੇ ਰੋਗ ਦੱਸਣ ਲੱਗ ਪੈਂਦੇ, ਤੇ ਜੇ ਕੋਈ ਰੋਗੀ ਆ ਗਿਆ ਫਿਰ ਸਾਰੇ ਡਾਕਟਰ। ਹੁਣ ਹਰ ਬੰਦਾ ਦੁਖੀ ਆ। ਸਾਨੂੰ ਗੁਰਬਾਣੀ ਵਿੱਚ ਨਾ ਕਿਤੇ ਸਮਝ ਆ ਜਾਂਦੀ ਨਾ ਵੀ ਦੁੱਖ ਸੁੱਖ ਦੋਨੋਂ ਸਮ ਕਰ ਜਾਂਦੇ। ਨੁਕਤਾ ਬੜਾ ਪਿਆਰਾ ਸੀ ਪਰ ਇਹਦਾ ਗਲਤ ਇਸਤੇਮਾਲ ਕੀਤਾ, ਇਹਨੂੰ ਸਾਡੇ ਪ੍ਰਚਾਰਿਆ ਗਲਤ ਗਿਆ। ਸਾਨੂੰ ਇੱਦਾਂ ਦੱਸਿਆ ਗਿਆ, ਕਿਸੇ ਨੇ ਦੱਸਿਆ ਬਾਬਾ ਜੀ ਬੜਾ ਦੁਖੀ, ਆਹ ਪਾਠ ਕਰ ਕਹਿੰਦੇ ਤੂੰ ਏਦਾਂ ਕਰਿਆ ਕਰ, ਆ ਲੈ ਮੰਤਰ, ਆ ਲੈ ਪਾਠ, ਆ ਲੈ ਜਲ, ਆ ਲੈ ਭਗੂਤੀ, ਆ ਲੈ ਲੈਚੀਆਂ, ਸਾਨੂੰ ਏਦਾਂ ਪਾਤਾ। ਜਦੋਂ ਕਿ ਗੁਰਬਾਣੀ ਕਹਿੰਦੀ ਭਲਿਆ ਜਦੋਂ ਤੇਰਾ ਸਰੀਰ ਆ ਦੁੱਖ ਸੁੱਖ ਨਾਲ ਚੱਲਣੇ ਆ, ਤੇਰੇ ਸਰੀਰ ਨਾਲ ਰੋਗੰਗ ਭੋਗੰਗ ਨਾਲ ਹੀ ਚੱਲਣੇ ਆ। ਹਰਖੰਗ ਸੋ ਇਹਨਾਂ ਤੋਂ ਕਿੱਦਾਂ ਬਚੇਗਾ ਤੂੰ? ਮਨ ਤਗੜਾ ਕਰ, ਜੀਵਨ ਸੋਹਣਾ ਬਣਾ, ਦੁੱਖ ਆਇਆ ਤਾਂ ਵੀ ਪਰਵਾਹ ਨਹੀਂ, ਸੁੱਖ ਆਇਆ ਤਾਂ ਵੀ ਪਰਵਾਹ ਨਹੀਂ। ਦੁੱਖ ਸੁੱਖ ਦੋਨੋਂ ਬਰਾਬਰ ਕਰਕੇ ਜਾਣਨੇ ਸੀ, ਪਰ ਸਾਨੂੰ ਇੱਦਾਂ ਦੱਸ ਦਿੱਤਾ ਗਿਆ। ਤਾਂ ਹੀ ਤੇ ਲੋਕ, ਹੁਣ ਕੋਈ ਬੰਦਾ ਦੁਖੀ, ਹੁਣ ਕਈ ਵਾਰ ਦੇਖ ਹੁਣ ਸਾਡੇ ਪਾ ਦਿੱਤਾ ਇੱਦਾਂ, ਕਈ ਵਾਰ ਬਾਬਾ ਜੀ ਕਰੋ ਕੋਈ ਪਾਠ ਇੱਦਾਂ ਵੀ ਕਰਿਓ, ਗੋਡੇ ਬਣੇ ਦੁਖਦੇ ਕਰੋ। ਗੋਡਿਆਂ ਵਾਸਤੇ ਕਿਤੇ ਪਾਠ ਲਿਖਿਆ ਬਾਬਾ ਜੀ ਦੇ ਵਿੱਚ? ਸਾਨੂੰ ਤੇ ਸਾਰੀ ਗੁਰਬਾਣੀ ਅਕਲ ਦੇ ਰਹੀ ਆ, ਗਿਆਨ ਦਿੰਦੀ ਆ, ਪਰ ਦੇਖ ਲਓ ਏਦਾਂ ਅਗਲਿਆਂ ਨੇ ਬਣਾ ਕੇ ਸਾਰਾ ਕੁਛ। ਫਿਰ ਬੰਦਾ ਹੁਣ ਏਦਾਂ ਸਮਝ ਰਿਹਾ ਵਾ ਵੀ ਮੈਂ ਖਾਲਾ ਫਲਾਣੇ ਸਰੋਵਰ ਚੜਾ ਲੈਣਾ ਤਾਂ ਸੁਖੀ ਹੋ ਜਾਣਾ, ਜੇ ਆਹ ਮੰਤਰ ਪੜ੍ਹ ਲਿਆ ਤਾਂ, ਜੇ ਮੈਂ ਬਾਬੇ ਨੂੰ ਦਿੱਤੀ ਹੋਈ ਲੈਚੀਆਂ ਖਾ ਲਈਆਂ ਤਾਂ ਸੁਖੀ ਹੋ ਜਾਣਾ, ਜੇ ਬਾਬੇ ਦੀ ਚਾਲਣਾ ਇੱਦਾਂ ਜਿੱਦਾਂ ਬਾਬੇ ਨੇ ਦੱਸਿਆ ਹੁੰਦਾ ਕਿ ਸਵੇਰੇ ਪਾ ਕੇ ਟੱਪ ਵਿੱਚ ਨਹਾ ਲਈ ਮੈਂ ਤਾਂ ਸੁਖੀ ਹੋ ਜਾਣਾ। ਸਤਿਗੁਰ ਕਹਿੰਦੇ ਕਿ ਇੱਦਾਂ ਥੋੜ੍ਹਾ ਸੁਖੀ ਹੋ ਜਾਣਾ। ਸੁਖੀ ਤੂੰ ਹੋਣਾ ਸੋਹਣੇ ਗਿਆਨ ਨਾਲ, ਸੋਹਣੀ ਸਮਝ ਨਾਲ, ਸੋਹਣੀ ਅਕਲ ਨਾਲ, ਤੈਨੂੰ ਸਮਝ ਆ ਜਾਣੀ ਆ। ਆਪਾਂ ਕਿੰਨੀ ਵਾਰੀ ਇਹ ਸ਼ਬਦ ਪੜ੍ਹਦੇ ਵੀ ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇੱਥੇ ਹੀ ਰਾਜਾ, ਦੁੱਖ ਵਿੱਚ ਸੂਖ ਮਨਾਈ। ਹੁਣ ਇਹ ਸ਼ਬਦ ਗੁਰੂ ਅਰਜਨ ਦੇਵ ਆਪਾਂ ਪੜ੍ਹਦੇ ਕਈ ਵਾਰ ਗੁਰੂ ਅਰਜਨ ਦੇਵ ਸਾਹਿਬ ਜੀ ਦਾ, ਤੇ ਕਿੰਨੀ ਸੋਹਣੀ ਸਤਿਗੁਰੂ ਸਾਨੂੰ ਵਿਚਾਰ ਦਿੰਦੇ ਆ ਵੀ ਦੁੱਖ ਸੁੱਖ ਨੂੰ ਇਹਦਾ ਬਰਾਬਰ ਕਰਕੇ ਜਾਣਨਾ ਆਪਾਂ। ਸੋ ਉਹ ਜੋਗੀ ਦੀ ਚਲੋ ਚੱਲੀ ਇਸ ਗੱਲ, ਉਹਨੇ ਦੇਖਿਆ ਵੀ ਉਹਨਾਂ ਨੂੰ ਪਤਾ ਵਾ ਇੱਦਾਂ ਵੀ ਸਾਰੇ ਲੋਕ ਤੇ ਦੁੱਖ, ਉਹਨੇ ਇੱਦਾਂ ਕੀ ਕਰਤਾ ਵੀ ਰਾਤ ਨੂੰ ਆਪਣੇ ਚੇਲੇ ਇਕੱਠੇ ਕੀਤੇ, ਉਹ ਕਹਿੰਦੇ ਇਲਾਕੇ ਵਿੱਚ ਜਾ ਕੇ ਇਹਦਾ ਫਰਮਾ ਦਿਓ, ਦੱਸ ਦਿਓ ਲੋਕਾਂ ਨੂੰ। ਤੇ ਉਹਨਾਂ ਨੇ ਇੱਕ ਟੋਟਕਾ ਇਹ ਬਣਾਇਆ ਵੀ ਰਾਤ ਨੂੰ ਜੋਗੀ ਨੂੰ ਤੇ ਕਹਿੰਦੇ ਇੱਦਾਂ ਪਰਮਾਤਮਾ ਦੇ ਦਰਸ਼ਨ ਹੋ ਗਿਆ। ਤੇ ਜਿਹੜਾ ਹੁਣ ਜੋਗੀ ਜਿਹੜਾ ਵਾ ਉਹ ਮਤਲਬ ਜਿਹੜਾ ਵੀ ਜੋਗੀ ਦੇ ਦਰਸ਼ਨ ਕਰੂਗਾ ਉਹਨੂੰ ਤੇ ਸਵਰਗ ਮਿਲੂਗਾ, ਸਵਰਗ।